Good morning, students. Today I will explain story The Address by Marga Menko from your snapshot book. Let's start. There are four main characters in this chapter: Mrs. S and her daughter, Mrs. Darling and her daughter. Mrs. S और Mrs. Darling ने जो ਇੱਕ ਦੂਜੇ ਨਾਲ ਇਹਨਾਂ ਦੀ ਬਹੁਤ ਅੱਛੀ ਜਾਣ ਪਹਿਚਾਣ ਹੈ। ਇਹ ਹਾਲੈਂਡ ਦੇ ਵਿੱਚ ਰਹਿੰਦੇ ਸੀ, ਬਟ ਵਾਰ ਹੋਣ ਦੇ ਕਾਰਨ ਮਿਸਿਸ ਐਸ ਔਰ ਉਹਦੀ ਡਾਟਰ ਸੀ ਜੋ ਉਹਨਾਂ ਨੂੰ ਹਾਲੈਂਡ ਛੱਡ ਕੇ ਜਾਣਾ ਪਿਆ ਸੀ। ਔਰ ਸਾਰਾ ਜੋ ਵੀ ਬਿਲੋਂਗਿੰਗਸ ਸੀਗੀਆਂ ਮਿਸਿਸ ਐਸ ਨੇ ਉਹ ਮਿਸਿਸ ਡਾਰਲਿੰਗ ਨੂੰ ਸੰਭਾਲਤੀਆਂ ਸੀ। Now I will explain you the summary of this chapter. The story Address is all about human predicament that follows war. ਸਟੋਰੀ ਹੈ ਜੋ ਦ ਐਡਰੈਸ, ਇਹ ਹਿਊਮਨਸ ਦੀ ਸਿਚੁਏਸ਼ਨ ਬਾਰੇ ਦੱਸਦੀ ਹੈ ਕਿ ਕਿਸ ਤਰ੍ਹਾਂ ਦੀ ਵਾਰ ਤੋਂ ਪਹਿਲਾਂ ਦੀ ਸਿਚੁਏਸ਼ਨ ਬਣ ਗਈ ਸੀ। ਸਿਚੁਏਸ਼ਨ ਕੀ ਉਹਨਾਂ ਦੇ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਸੈਟਅਪ ਹੋ ਗਈਆਂ ਸੀਗੀਆਂ ਕਿ ਹਾਂ ਵਾਰ ਤੋਂ ਬਾਅਦ ਇਹ ਚੀਜ਼ ਹੋ ਜਾਣੀ ਹੈ। ਜਿੱਦਾਂ ਕਿ ਮਿਸਿਸ ਐਸ ਹੈ ਜੋ ਮਿਸਿਸ ਡਾਰਲਿੰਗ ਨਾਲ ਅੱਛੀ ਜਾਣ ਪਹਿਚਾਣ ਹੋਣ ਦੇ ਕਾਰਨ ਵੀ ਮਿਸਿਸ ਡਾਰਲਿੰਗ ਮਿਸਿਸ ਐਸ ਦੇ ਘਰੋਂ ਸਾਰੀਆਂ ਜੋ ਬਿਲੋਂਗਿੰਗ ਸੀਗੀਆਂ ਉਹ ਆਪਣੇ ਘਰ ਲੈ ਗਈ ਸੀ। ਔਰ ਹੁਣ ਜੋ ਨਰੇਟਰ ਹੈ ਆਪਣੀ ਮਦਰ ਦੀਆਂ ਬਿਲੋਂਗਿੰਗਸ ਨੂੰ ਦੇਖਣ ਦੇ ਲਈ ਆਪਣੀ ਨੇਟਿਵ ਪਲੇਸ ਯਾਨੀ ਕਿ ਹਾਲੈਂਡ ਦੇ ਵਿੱਚ ਜਾਂਦੀ ਹੈ। ਔਰ ਮਿਸਿਸ ਡਾਰਲਿੰਗ ਹੈ ਜੋ ਉਹ ਮਿਸਿਸ ਐਸ ਦੀ ਡਾਟਰ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੰਦੀ ਹੈ। Then the story narrates how a daughter goes to her native place in Holland in search of her mother's belonging after the war. स्टोरी की नरेट कर रही है कि जो डॉटर है वो अपनी नेटिव प्लेस ते जाती है, यानी मिसिस एस दी जो डॉटर है वो हॉलैंड जाती है नेटिव प्लेस ते अपनी मदर्स दियाँ बिलोंगिंग्स नूं देखण दे लई वॉर तो बाद। In the beginning of the story it is narrated how the protagonist was given a cold reception when she went to her native place after the war in search of her mother's belonging. स्टोरी ਦੇ ਬਿਗਨਿੰਗ 'ਚ ਸਾਨੂੰ ਕੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਿਸਿਸ ਡਾਰਲਿੰਗ ਹੈ ਜੋ ਵੈਲਕਮ ਕਰਦੀ ਹੈ ਨਰੇਟਰ ਦਾ ਯਾਨੀ ਕਿ ਮਿਸਿਸ ਐਸ ਦੀ ਡਾਟਰ ਦਾ। ਆਫਟਰ ਰਿੰਗਿੰਗ ਦ ਬੈਲ ਆਫ ਹਾਊਸ ਨੰਬਰ 46 in Marconi Street, a woman opened the door. ਨਰੇਟਰ ਹੈ ਜੋ ਰਿੰਗ ਕਰ ਰਹੀ ਹੈ ਬੈਲ, ਠੀਕ ਹੈ, ਹਾਊਸ ਨੰਬਰ 46 ਮਾਰਕਨੀ ਸਟਰੀਟ ਦੇ ਵਿੱਚ ਹੈ ਜੋ, ਔਰ ਇੱਕ ਵੂਮਨ ਆ ਡੋਰ ਓਪਨ ਕਰਦੀ ਹੈ। ਔਨ ਬੀਇੰਗ ਇੰਟਰੋਡਿਊਸਡ ਦ ਵੂਮਨ ਕੈਪਟ ਸਟੇਰਿੰਗ ਐਟ ਹਰ ਇਨ ਸਾਇਲੈਂਸ। ਔਰ ਇੰਟਰੋਡਿਊਸ ਕਰਵਾਉਂਦੀ ਹੈ ਨਰੇਟਰ ਆਪਣੇ ਆਪ ਨੂੰ, ਬਟ ਉਹ ਵੂਮਨ ਹੈ ਸਾਇਲੈਂਸ ਦੇ ਵਿੱਚ ਨਰੇਟਰ ਵੱਲ ਦੇਖੀ ਜਾ ਰਹੀ ਹੈ। ਹੀ ਵਾਜ਼ ਨੋ ਸਾਈਨ ਆਫ ਰਿਕੋਗਨੀਸ਼ਨ ਔਨ ਹਰ ਫੇਸ। ਇੱਦਾਂ ਲੱਗ ਰਿਹਾ ਕਿ ਉਹ ਬਿਲਕੁਲ ਵੀ ਪਹਿਚਾਣ ਨਹੀਂ ਰਹੀ ਹੈ ਮਿਸਿਸ ਐਸ ਦੀ ਡਾਟਰ ਨੂੰ। The woman was wearing her mother's green knitted cardigan. Mrs. Darling ਸੀ ਜੋ ਉਹਨੇ ਇੱਕ ਗ੍ਰੀਨ ਕਲਰ ਦਾ ਵੂਲਨ ਕਾਰਡੀਗਨ ਪਾਇਆ ਹੋਇਆ ਸੀ, ਯਾਨੀ ਉਹਨੇ ਇੱਕ ਜੈਕਟ ਪਾਈ ਹੋਈ ਸੀ ਜਿਹੜੀ ਕਿ ਕਿਹਦੀ ਸੀਗੀ, ਮਿਸਿਸ ਐਸ ਦੀ ਸੀ, ਜੋ ਉਹਨੇ ਡਾਟਰ ਨੇ ਪਹਿਚਾਣ ਲਈ ਸੀ ਕਿ ਹਾਂ ਇਹ ਮੇਰੀ ਮਦਰ ਦੀ ਕਾਰਡੀਗਨ ਹੈ। The narrator could understand that she had made no mistake. ਨਰੇਟਰ ਨੂੰ ਕੀ ਲੱਗ ਰਿਹਾ ਕਿ ਉਹਨੇ ਕੋਈ ਗਲਤੀ ਨਹੀਂ ਕੀਤੀ, ਉਹ ਸਹੀ ਐਡਰੈਸ 'ਤੇ ਪਹੁੰਚੀ ਹੈ। ਸ਼ੀ ਆਸਕਡ ਦ ਵੂਮਨ ਵੈਦਰ ਸ਼ੀ ਨਿਊ ਹਰ ਮਦਰ। ਔਰ ਉਹ ਪੁੱਛਦੀ ਹੈ ਨਰੇਟਰ ਕਿ ਉਹ ਉਹਦੀ ਮਦਰ ਨੂੰ ਨਹੀਂ ਜਾਣਦੇ, ਕਿ ਉਹ ਮਦਰ ਬਾਰੇ ਉਹਨਾਂ ਨੂੰ ਪਤਾ ਹੈ ਕਿ ਮਿਸਿਸ ਐਸ ਦੀ ਮੈਂ ਡਾਟਰ ਹਾਂ, ਤੁਸੀਂ ਉਹਨੂੰ ਜਾਣਦੇ ਹੋ। ਦ ਵੂਮਨ ਕੁਡ ਨਾਟ ਡਿਨਾਈ ਦਿਸ। ਵੂਮਨ ਹੈ ਜੋ ਨਹੀਂ ਮਨਾ ਕਰਦੀ। ਦ ਨਰੇਟਰ ਵਾਂਟਡ ਟੂ ਟਾਕ ਟੂ ਹਰ ਫॉर ਸਮ ਟਾਈਮ। ਨਰੇਟਰ ਕੀ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਾਂਗੀ, ਯਾਨੀ ਉਹ ਗੱਲ ਨਹੀਂ ਕਰਦੀ ਨਰੇਟਰ ਦੇ ਨਾਲ। ਬਟ ਦ ਵੂਮਨ ਕੌਸ਼ੀਅਸਲੀ ਕਲੋਜ਼ ਦ ਡੋਰ। ਬਟ ਜੋ ਵੂਮਨ ਹੈ ਉਹ ਡੋਰ ਬੰਦ ਕਰ ਦਿੰਦੀ ਹੈ। ਦ ਨਰੇਟਰ ਸਟੋਪਡ ਦੇਅਰ ਫॉर ਸਮ ਟਾਈਮ। ਨਰੇਟਰ ਹੈ ਜੋ ਕੁਛ ਟਾਈਮ ਉੱਥੇ ਖੜੀ ਰਹਿੰਦੀ ਹੈ ਔਰ ਦੇਖ ਰਹੀ ਹੈ ਕਿ ਕਿਸ ਅੰਦਰ ਹੈ ਜੋ ਕੋਈ ਕਨਵਰਸੇਸ਼ਨ ਚੱਲ ਰਹੀ ਹੈ। ਕੋਈ ਮਿਸਿਸ ਡਾਰਲਿੰਗ ਨੂੰ ਪੁੱਛ ਰਿਹਾ ਕਿ ਕੌਣ ਹੈ, ਮਿਸਿਸ ਕੀ ਹੋਇਆ ਏ, ਮਿਸਿਸ ਡਾਰਲਿੰਗ ਕੀ ਕਹਿੰਦੇ ਨੇ ਕਿ ਨਹੀਂ ਕੁਛ ਨਹੀਂ ਹੋਇਆ। ਦੈਨ ਕੀ ਹੁੰਦਾ, ਨਰੇਟਰ ਹੈ ਜੋ ਉਸ ਪਲੇਸ ਤੋਂ ਚਲੇ ਜਾਂਦੀ ਹੈ। ਇਨ ਦ ਸਬਸੀਕੁਐਂਟ ਸੈਕਸ਼ਨਸ ਦ ਮੈਮਰੀਜ਼ ਆਫ ਦ ਨਰੇਟਰਸ ਬਾਇਗੋਨ ਡੇਜ਼ ਕਮ ਟੂ ਲਾਈਟ। ਨੈਕਸਟ ਸੈਕਸ਼ਨਸ ਦੇ ਵਿੱਚ ਕੀ ਕਿਹਾ ਗਿਆ, ਫੋਲੋਇੰਗ ਸੈਕਸ਼ਨਸ ਦੇ ਵਿੱਚ ਕੀ ਕਿਹਾ ਗਿਆ ਕਿ ਨਰੇਟਰ ਹੈ ਜੋ ਉਹ ਮੈਮਰੀਜ਼ ਉਹਨੂੰ ਯਾਦ ਆ ਰਹੀਆਂ ਨੇ ਹੌਲੀ ਹੌਲੀ,
कि किस तरह हॉलैंड दे विच रहिंदे सी, उन्हां दियां जो बिलोंगिंग्स सी उन्हां दे घर दे विच मिसिस डॉर्लिंग दे घर दे विच वो देख रही है। हर मदर हैड प्रोवाइडेड द एड्रैस ईयर्स एगो ड्यूरिंग द वॉर। बहुत टाइम पहला नरेटर की जो मदर है उन्होंने एड्रैस नरेटर नूं दस्सिया होया सी। शी वेंट टू होम फॉर फ्यू डेज़, ठीक है, वो कुछ दिनों के लिए घर देखना चाहते सी, उत्थे गए। नरेटर है जो शी कुड फाइंड दैट वेरीअस थिंग्स वर मिसिंग, और नरेटर ने देखा कि वो घर दे विचों हमेशा कुछ ना कुछ चीज़ां ने जो वो मिस रहिंदियां हुंदियां सी। एट दैट टाइम हर मदर टोल्ड हर अबाउट मिसिस डॉर्लिंग। फिर नरेटर नूं उहदी मदर दसदे हुंदे सी कि किस तरह मिसिस डॉर्लिंग है जो उन्होंने घर तो मटीरीयल है जो बिलोंगिंग्स ने जो वो लैके जाते हैं। शी हैपन टू बी एन ओल्ड एक्वेंटेंस ऑफ द नरेटर्स मदर। किस तरह एक नरेटर दी जो मदर मिसिस डॉर्लिंग दे नाल उन्हां दी थोड़ी जान बहुत अच्छी यानी जान पहचान सी। लेटली शी हैड रिन्यूड कॉन्टैक्ट विद हर एंड हैड बीन बिकमिंग देयर रेगूलरली। फिर उन्हां दी जान पहचान सी जो कॉन्टैक्ट सी उन्हां दा वध गया, उन्हां दे घर आन लग गए मिसिस डॉर्लिंग एंड हैड बीन कमिंग देयर रेगूलरली, और रेगूलरली उन्हां दे घर आना उन्हें स्टार्ट करता। एवरी टाइम शी लैफ्ट देयर हाउस, जदों भी मिसिस डॉर्लिंग सी उन्हां दे घर चों जांदी सी, शी टुक समथिंग होम विद हर, तां उन्हां दे मिसिस एस दे घर तो कुछ ना कुछ बैग दे विच पा के अपने घर लैके जांदी सी। शी टोल्ड दैट शी वॉन्टेड टू सेव ऑल देयर नाइस पोसैशनस, और की कहंदी सी कि वो उन्हां दा जो बिलोंगिंग्स ने जो कीमती चीज़ां ने उन्हां नूं अपने घर दे विच संभाल के रखेगी जदों वॉर स्टार्ट होगी। The next day, the narrator saw Mrs. Dorlings going out of their house with the heavy suit. Next day, narrator की देखती है कि जो Mrs. Dorling है एक बहुत बड़ा सूटकेस, हैवी सूटकेस है जो उन्होंने घर तो मिसिज एस के घर तो लेके जाती है। शी हैड अ फ्लीटिंग ग्लिम्स ऑफ मिसिज डॉर्लिंग फेस, यानी कि वो इदा लग रही है, वो फेस तो इदा लग रहा है कि वो दौड़ते हुए उड़ते हुए जा रही है। शी आस्क्ड हर मदर वेदर द वुमन लिव्ड फार अवे, और नरेटर है जो अपने मदर को पूछती है कि जो ये वुमन है जो मिसिज डॉर्लिंग है ये बहुत दूर रहिंदी है। एट दैट टाइम द नरेटर्स मदर टोल्ड अबाउट द एड्रैस नंबर 46 मार्कनी स्ट्रीट। उस टाइम नरेटर की जो मदर है उन्होंने एड्रैस दसदी है कि यह मार्कनी स्ट्रीट दे विच नंबर 46 ते रहिंदे हैं। आफ्टर मैनी डेज After the war, the narrator was curious to take record of the positions that must still be at number 46 Marconi Street. कुछ दिनों बाद जो वॉर ख़त्म हो जाती है, नरेटर बहुत ज़्यादा क्यूरीअस है कि वो पोजिशन सारिया जो बिलोंगिंग्स ने उहदे घर दियाँ वो उस एड्रैस के उत्ते जाके देखे। विद दिस इंटेंशन शी वेंट टू द गिवन एड्रैस, इसलिए जो नरेटर है वो उस एड्रैस ते उत्थे जाती है। द कंक्लूडिंग पार्ट ऑफ द स्टोरी डिस्क्राइब्स द सैकेंड विजिट ऑफ द नरेटर। लास्ट पार्ट ते की दस्सिया गया कि किस तरह सैकेंड टाइम है जो नरेटर है उस प्लेस ते जाती है। एज द नरेटर फर्स्ट विजिट यील्डेड नो रिजल्ट, सो शी प्लान टू गो वंस अगेन। जो फर्स्ट टाइम नरेटर है जो उत्थे जाती है उन्हें अपना डोर बंद कर लिया, ठीक है, मिसिज डॉर्लिंग ने डोर नहीं ओपन किया, अंदर नहीं जान दिता, इन्ना कोई रिजल्ट खास नहीं मिलिया। मिसिज एस की डॉटर नूं नहीं पता लग्या कुछ भी, उन्हां नाल कोई गलबात नहीं हुई, इसलिए वो वापस आ जाती है। इंटरस्टिंगली अ गर्ल ऑफ 15 ओपन द डोर टू हर। जो नैक्सट टाइम मिसिज एस की जो डॉटर है उत्थे जाती है, सेम एड्रैस ते जाती है, तो एक 15 साल की लड़की है जो वो डोर ओपन करती है। हर मदर वॉज नॉट एट होम, मिसिज डॉर्लिंग है जो यानी उस लड़की की मदर है जो घर नहीं है। द नरेटर एक्सप्रैसड हर विश टू वेट फॉर हर। नरेटर नूं कहंदी है कि तुसी वेट करो, बैठो। द गर्ल अकंपनीड हर टू द पैसेज। वो लड़की है जो 15 साल की जो लड़की है मिसिज डॉर्लिंग की जो बेटी है उन्होंने अपने घर के अंदर लैके जाती है। द नरेटर सा एन ओल्ड फैशन आयरन कैंडल होल्डर हैंगिंग नैक्सट टू द मिरर। नरेटर देखती है कि उन्होंने घर एक कैंडल होल्डर है जो वो लटक रहा है।
ਦ ਗਰਲ ਮੇਡ ਹਰ ਸਿਟ ਇਨ ਦ ਲਿਵਿੰਗ ਰੂਮ। ਫਿਰ ਲੜਕੀ ਹੈ ਜੋ ਨਰੇਟਰ ਨੂੰ ਲਿਵਿੰਗ ਰੂਮ ਦੇ ਵਿੱਚ ਬੈਠਣ ਲਈ ਕਹਿੰਦੀ ਹੈ ਐਂਡ ਵੈਂਟ ਇਨਸਾਈਡ, ਅਤੇ ਖੁਦ ਉਹ ਅੰਦਰ ਚਲੀ ਜਾਂਦੀ ਹੈ। ਦ ਨਰੇਟਰ ਵਾਜ਼ ਹੌਰੀਫਾਈਡ ਟੂ ਫਾਈਂਡ ਹਰ ਸੈਲਫ ਇਨ ਅ ਰੂਮ। ਨਰੇਟਰ ਹੈ ਜੋ ਬਹੁਤ ਜ਼ਿਆਦਾ ਡਰੀ ਹੋਈ ਹੈ ਉਸ ਰੂਮ ਦੇ ਵਿੱਚ ਬੈਠੇ ਹੋਏ। ਸ਼ੀ ਨਿਊ ਐਂਡ ਡਿਡ ਨੋਟ ਨੋ, ਠੀਕ ਹੈ, ਪਰ ਉਹਨੂੰ ਕੁਝ ਵੀ ਨਹੀਂ ਪਤਾ। ਸ਼ੀ ਫਾਊਂਡ ਹਰ ਸੈਲਫ ਇਨ ਦ ਮਿਡਸਟ ਆਫ ਫੈਮਿਲੀਅਰ ਥਿੰਗਸ। ਉਹ ਆਪਣੇ ਆਪ ਨੂੰ ਕੀ ਦੇਖਦੀ ਹੈ ਕਿ ਉਹ ਆਪਣੇ ਹੀ ਬਿਲੋਂਗਿੰਗਸ ਦੇ ਵਿੱਚ ਬੈਠੀ ਹੈ। ਸ਼ੀ ਲੌਂਗ ਟੂ ਸੀ ਅਗੇਨ ਬਟ ਵਿਚ ਟਰਬਲਡ ਹਰ ਇਨ ਦ ਸਟਰੇਂਜ ਐਟਮੋਸਫੀਅਰ। ਯਾਨੀ ਉਹਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਕਿ ਕਿਸ ਤਰ੍ਹਾਂ ਉਹਦੀਆਂ ਬਿਲੋਂਗਿੰਗਸ ਨੇ ਜੋ ਕਿਸੇ ਦੂਸਰੇ ਦੇ ਘਰ ਵਿੱਚ ਪਈਆਂ ਹੋਈਆਂ ਨੇ, ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਉਹ। ਸ਼ੀ ਹੈਡ ਨੋ ਕਰੇਜ ਟੂ ਲੁੱਕ ਅਰਾਊਂਡ ਹਰ। ਉਹਦੇ 'ਚ ਇੰਨੀ ਵੀ ਹਿੰਮਤ ਨਹੀਂ ਪੈ ਰਹੀ ਕਿ ਉਹ ਆਲੇ ਦੁਆਲੇ ਜਾ ਕੇ ਆਪਣੇ ਘਰ ਦੀਆਂ ਸਾਰੀਆਂ ਬਿਲੋਂਗਿੰਗਸ ਨੂੰ ਦੇਖ ਸਕੇ। ਬਟ ਸ਼ੀ ਨੋ ਲੋਂਗਰ ਹੈਡ ਡਿਜ਼ਾਇਰ ਟੂ ਪੋਜ਼ੈਸ ਦੈਮ। ਔਰ ਨਾ ਹੀ ਉਹਦੀ ਇੱਛਾ ਹੈ ਕਿ ਹਾਂ ਉਹ ਚੀਜ਼ਾਂ ਨੂੰ ਆਪਣੇ ਕੋਲ ਦੁਬਾਰਾ ਉਸ ਚੀਜ਼ਾਂ ਨੂੰ ਦੇਖੇ। ਸ਼ੀ ਗੌਟ ਅਪ, ਉਹ ਇੱਕਦਮ ਘਬਰਾਹਟ ਦੇ ਵਿੱਚ ਉੱਥੋਂ ਉੱਠ ਜਾਂਦੀ ਹੈ। ਵਾਕ ਟੂ ਦ ਡੋਰ ਵੱਲ ਜਾਂਦੀ ਹੈ। ਲੈਫਟ ਦ ਰੂਮ, ਅਤੇ ਰੂਮ ਛੱਡ ਦਿੰਦੀ ਹੈ। ਸ਼ੀ ਰਿਜ਼ੋਲਵ ਟੂ ਫੋਰਗੇਟ ਦ ਐਡਰੈਸ ਐਂਡ ਮੂਵਡ ਔਨ। ਔਰ ਉਹ ਸੋਚਦੀ ਹੈ ਕਿ ਉਸ ਐਡਰੈਸ ਨੂੰ ਭੁੱਲ ਜਾਏਗੀ, ਦੁਬਾਰਾ ਉੱਥੇ ਵਾਪਸ ਨਹੀਂ ਆਏਗੀ, ਅਤੇ ਉੱਥੋਂ ਚਲੇ ਜਾਂਦੀ ਹੈ। ਥੈਂਕ ਯੂ।